ਓਕੇ ਬੇਟਾ, ਗੁੱਡ ਮਾਰਨਿੰਗ ਟੂ ਆਲ। ਦਾ ਪ੍ਰੀਵੀਅਸ ਕਲਾਸ ਦੇ ਵਿੱਚ ਆਪਾਂ ਲੈਸਨ 13 ਰੀਡ ਕੀਤਾ ਸੀ, ਕਿੰਗ ਕਨਿਊਟ। ਆਪਾਂ ਸਾਰਿਆਂ ਨੇ ਪੜ੍ਹਿਆ ਸੀਗਾ ਵੀ ਕਿੰਗ ਕਨਿਊਟ ਇੱਕ ਬਹੁਤ ਹੀ ਜ਼ਿਆਦਾ ਫੇਮਸ ਤੇ ਇੱਕ ਇੱਦਾਂ ਦਾ ਰਾਜੇ ਦੀ ਸਟੋਰੀ ਸੀ ਜਿਹਨੇ ਆਪਣੀਆਂ ਸਾਰੇ ਰਿਗਨਸ ਬਾਰੇ ਦੱਸਿਆ ਸੀਗਾ ਵੀ ਕਿੱਦਾਂ ਉਹਨੇ ਕੰਮ ਕੀਤੇ ਆ ਜਾਂ ਕਿੱਦਾਂ ਲੋਕਾਂ ਦੀ ਨੂੰ ਮਾਰਿਆ ਵਾ ਜਾਂ ਕਿੱਦਾਂ ਉਹਨੇ ਲੜਾਈਆਂ ਲੜੀਆਂ ਵਾ ਜਾਂ ਬਹੁਤ ਸਾਰਾ ਜਿਹੜਾ ਉਹਨੇ ਦੁਨੀਆ ਦੇ ਵਿੱਚ ਜਿੱਤਾਂ ਹਾਸਲ ਕੀਤੀਆਂ ਉਹਦੇ ਬਾਰੇ ਦੱਸਿਆ ਸੀ, ਪੜ੍ਹਿਆ ਸੀ। ਠੀਕ ਆ, ਉਸ ਲੈਸਨ ਦੇ ਅੱਜ ਆਪਾਂ ਕੁਐਸਚਨ ਆਨਸਰਸ ਤੇ ਕੀਵਰਡਸ ਕਰਦੇ ਹਾਂ। ਫਸਟ ਆਪਣੇ ਕੋਲ ਬੇਟਾ ਕੀਵਰਡ ਹੈਗਾ ਵਾ ਸਟੇਟ। ਸਟੇਟ ਦਾ ਮਤਲਬ ਹੁੰਦਾ ਵਾ ਬਿਲਕੁਲ ਸ਼ਾਂਤ, ਜਿਵੇਂ ਆਪਾਂ ਕਾਮ ਕਹਿ ਦਿੰਦੇ ਹਾਂ। ਠੀਕ ਆ, ਨੈਕਸਟ ਸੈਕੰਡ ਕੀਵਰਡ ਆਪਣੇ ਕੋਲ ਹੀ ਹਾਵਸ। ਹੀ ਹਾਵਸ ਦਾ ਮੀਨਿੰਗ ਹੁੰਦਾ ਵਾ ਲਾਊਡ ਕਰਾਈਜ਼ ਆਫ ਲਾਫਟਰ। ਵੀ ਜਦੋਂ ਹੱਸਦੇ ਹੱਸਦੇ ਆਪਣੇ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਆ, ਉਹਨੂੰ ਕੀ ਕਹਿ ਦਿੰਦੇ ਆ? ਹੀ ਹਾਵਸ। ਥਰਡ ਨੈਕਸਟ ਬੇਟਾ ਆਪਣੇ ਕੋਲ ਹੈਗਾ ਵਾ ਵੈਕਸਡ। ਵੈਕਸ ਦਾ ਮੀਨਿੰਗ ਕੀ ਹੁੰਦਾ ਵਾ? ਐਨੋਇਡ। ਮੀਨਸ ਪਰੇਸ਼ਾਨ, ਤੰਗ ਪਰੇਸ਼ਾਨ ਜਾਂ ਕੁਝ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਗਲੀਮੈਂਸ ਆਪਾਂ ਪੜ੍ਹਿਆ ਸੀਗਾ, ਗਲੀਮੈਂਸ ਦਾ ਮਤਲਬ ਸੀਗਾ ਜਿਹੜੇ ਉਹਦੇ ਉੱਥੇ ਸੌਂਗ ਗਾਉਂਦੇ ਹੁੰਦੇ ਸੀ। ਕੋਰਟ ਐਂਟਰਟੇਨਰਸ ਕਿਹਾ ਜਾਂਦਾ ਵਾ ਇਹਨੂੰ, ਜਿਹੜੇ ਰਾਜੇ ਦੇ ਸਾਮਰਾਜ ਦੇ ਵਿੱਚ ਜਿਹੜੇ ਸੌਂਗਸ ਪਲੇ ਕਰਦੇ ਹੁੰਦੇ ਸੀ ਉਹਨਾਂ ਨੂੰ ਐਂਟਰਟੇਨਰ ਕਿਹਾ ਜਾਂਦਾ ਹੁੰਦਾ ਸੀ। ਫਿਫਥ ਕੀਵਰਡ ਆਪਣੇ ਕੋਲ ਹੈਗਾ ਬ੍ਰੇਨ। ਬ੍ਰੇਨ ਮੀਨਸ ਹੁੰਦਾ ਵਾ ਸੀ ਵਾਟਰ, ਸਮੁੰਦਰੀ ਪਾਣੀ ਨੂੰ ਕੀ ਕਿਹਾ ਜਾਂਦਾ ਵਾ? ਬ੍ਰੇਨ। ਸਿਕਸਥ ਕੀਵਰਡ ਆਪਣੇ ਕੋਲ ਹੈਗਾ ਲਾਸਟੀ। ਲਾਸਟੀ ਦਾ ਮੀਨਿੰਗ ਹੁੰਦਾ ਵਾ ਬਹੁਤ ਹੀ ਜ਼ਿਆਦਾ ਹਾਰਡ ਤੇ ਹੈਲਥੀ, ਸਟਰੋਂਗ ਐਂਡ ਹੈਲਥੀ। ਸੈਵਨਥ ਕੀਵਰਡ ਆਪਣੇ ਕੋਲ ਹੈਗਾ ਸਲਿਊ। ਸਲਿਊ ਦਾ ਮਤਲਬ ਹੁੰਦਾ ਕਿਸੇ ਨੂੰ ਬਹੁਤ ਜ਼ਿਆਦਾ ਕਿਲਿੰਗ ਕਰਨਾ, ਮਾਰਨਾ, ਕਿਸੇ ਨੂੰ ਮਾਰਿਆ ਉਹਨੂੰ ਸਲਿਊ ਕਹਿ ਦਿੰਦੇ ਆ। ਫੋਏਮੈਨ ਦਾ ਮੀਨਿੰਗ ਹੁੰਦਾ ਵਾ ਐਨਮੀ, ਦੁਸ਼ਮਣ। ਇਨ ਵਾਰ, ਲੜਾਈ ਦੇ ਵਿੱਚ ਜਿਹੜਾ ਦੁਸ਼ਮਣ ਹੁੰਦਾ ਵਾ ਉਹਨੂੰ ਫੋਏਮੈਨ ਕਿਹਾ ਜਾਂਦਾ। ਓਕੇ ਬੇਟਾ, ਕੀਵਰਡਸ ਕਲੀਅਰ ਹੋ ਗਏ? ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਵੀ ਕੀਵਰਡਸ ਦੇ ਵਿੱਚ ਤਾਂ ਕਲੀਅਰ ਕਰ ਲਓ ਬੇਟਾ। नो सर। ਓਕੇ ਬੇਟਾ, ਨੈਕਸਟ ਆਪਣੇ ਕੋਲ ਫਸਟ ਕੁਐਸਚਨ ਆਉਂਦਾ। ਫਸਟ ਕੁਐਸਚਨ ਰੀਡ ਕਰੋ ਬੇਟਾ ਬੁੱਕ ਤੋਂ, ਕੋਈ ਵੀ ਬੱਚਾ ਫਾਸਟਲੀ ਬੇਟਾ, ਟਾਈਮ ਨਾ ਵੇਸਟ ਕਰੋ, ਰੀਡ ਕਰੋ ਫਸਟ ਕੁਐਸਚਨ। ਸ਼ਾਬਾਸ਼ ਬੇਟਾ, ਰੀਡ ਕਰੋ ਕੋਈ ਵੀ ਬੱਚਾ। ਰੀਡ ਕਰੋ ਬੇਟਾ ਫਸਟ ਕੁਐਸਚਨ। Sir, why was King Canute very hearted? ਉਹ ਕਹਿੰਦੇ ਵੀ ਜਿਹੜਾ ਕਿੰਗ ਕਨਿਊਟ ਸੀਗਾ ਉਹ ਇੰਨਾ ਜ਼ਿਆਦਾ ਥੱਕਿਆ ਹੋਇਆ ਕਿਉਂ ਮਹਿਸੂਸ ਕਰ ਰਿਹਾ ਸੀ? ਵੇਰੀ ਹਾਰਟਡ। ਹੁਣ ਆਪਾਂ ਇਹਦੇ ਵਿੱਚ ਪੜਾਂਗੇ ਬਈ ਉਹ ਆਪਦੇ ਆਪ ਨੂੰ ਵੇਰੀ ਹਾਰਟਡ ਕਿਉਂ ਮਹਿਸੂਸ ਕਰ ਰਿਹਾ ਸੀਗਾ। ਇਹਦੇ ਵਿੱਚ ਆਪਾਂ ਪੜਾਂਗੇ, ਆਨਸਰ ਇਹਦਾ ਹੈਗਾ ਵਾ ਦ ਕਿੰਗ ਫੈਲਟ ਵੈਰੀ ਹਾਰਟਡ ਵੈਨ ਹੀ ਥਾਟ ਅਬਾਊਟ ਹਿਜ ਐਕਸ਼ਨਸ। ਜਿਹੜਾ ਰਾਜਾ ਸੀ ਉਹ ਆਪਦੇ ਆਪ ਨੂੰ ਬਹੁਤ ਜ਼ਿਆਦਾ ਥੱਕਿਆ ਹੋਇਆ ਮਹਿਸੂਸ ਉਦੋਂ ਕਰ ਰਿਹਾ ਸੀਗਾ ਜਦੋਂ ਉਹ ਸੋਚ ਰਿਹਾ ਸੀ, ਥਿੰਕ ਅਬਾਊਟ ਹਿਜ਼ ਵੈਰੀ ਐਕਸ਼ਨਸ। ਹਿਜ਼ ਵੈਰੀ ਥਿੰਕ ਅਬਾਊਟ ਹਿਜ ਐਕਸ਼ਨਸ ਮੀਨਸ ਜੋ ਵੀ ਉਹਨੇ ਐਕਸ਼ਨਸ ਕੀਤੇ ਸੀ ਆਪਣੀ ਲਾਈਫ ਦੇ ਵਿੱਚ, ਜੋ ਵੀ ਉਹ ਲੜਿਆ ਸੀਗਾ ਜਾਂ ਲੰਮਾ ਸਮਾਂ, ਉਹਦੇ ਬਾਰੇ ਉਹ ਜਦੋਂ ਸੋਚ ਰਿਹਾ ਸੀ ਉਹ ਆਪਦੇ ਆਪ ਨੂੰ ਬਹੁਤ ਥੱਕਿਆ ਹੋਇਆ ਮਹਿਸੂਸ ਕਰਦੇ। ਫਾਰ ਈਅਰਸ ਹੀ ਹੈਡ ਰੀਗਨ ਓਵਰ ਹਿਜ਼ ਕਿੰਗਡਮ। ਵੀ ਉਹਨੇ ਆਪਦੇ ਸਾਮਰਾਜ ਤੇ ਇੰਨਾ ਲੰਮਾ ਸਮਾਂ ਰਾਜ ਕੀਤਾ ਸੀ, ਬਾਟਲਿੰਗ ਲੜਾਈਆਂ ਕੀਤੀਆਂ ਸੀ, ਸਟਰਗਲਿੰਗ ਕੀਤੀ ਸੀ। ਠੀਕ ਆ, ਇੰਨੀ ਜ਼ਿਆਦਾ ਸਟਰਗਲ ਕੀਤੀ ਸੀਗੀ ਬਈ ਇੰਨਾ ਕੁਝ ਜਿੱਤਣ ਦੇ ਲਈ। ਤਾਂ ਜਦੋਂ ਉਹ ਚੀਜ਼ਾਂ ਬਾਰੇ ਸੋਚ ਰਿਹਾ ਸੀ ਤਾਂ ਉਹ ਆਪਦੇ ਆਪ ਨੂੰ ਬਹੁਤ ਜ਼ਿਆਦਾ ਵੈਰੀ ਹਾਰਟਡ ਮਹਿਸੂਸ ਕਰ ਰਿਹਾ ਸੀਗਾ। ਪੁਸ਼ਿੰਗ ਕੀਤੀ ਸੀ ਉਹਨੇ ਬਹੁਤ ਜ਼ਿਆਦਾ, ਲੋਕਾਂ ਦੇ ਨਾਲ ਧੱਕਾ ਕੀਤਾ ਸੀਗਾ। ਠੀਕ ਆ, ਬਈ ਕਿਸੇ ਤੋਂ ਰਾਜ ਹੱਥਿਆ ਲਿਆ, ਫਾਈਟਿੰਗ ਕੀਤੀ ਸੀਗੀ, ਕਿਲਿੰਗ ਕੀਤੀ ਸੀ, ਬਹੁਤ ਸਾਰੇ ਲੋਕਾਂ ਨੂੰ ਮਾਰਿਆ ਸੀ, ਈਵਨ ਰੋਬਿੰਗ ਟੂ ਕੀਪ ਥਿੰਗਸ ਇਨ ਕੰਟਰੋਲ। ਉਹਨੇ ਬਹੁਤ ਸਾਰਾ ਲੁੱਟਿਆ ਵੀ ਸੀਗਾ ਲੋਕਾਂ ਨੂੰ, ਬਈ ਸਾਰਾ ਕੁਝ ਮੇਰੇ ਕੰਟਰੋਲ ਦੇ ਵਿੱਚ ਰਹੇ। ਓਕੇ ਬੇਟਾ, ਕਲੀਅਰ ਹੋ ਗਿਆ ਫਸਟ ਕੁਐਸਚਨ ਸਾਰੇ ਬੱਚਿਆਂ ਨੂੰ?
ਵੀ ਉਹ ਆਪਦੇ ਆਪ ਨੂੰ ਤਾਂ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜੀਆਂ ਸੀਗੀਆਂ, ਲੋਕਾਂ ਨੂੰ ਲੁੱਟਿਆ ਸੀਗਾ, ਮਾਰਿਆ ਸੀਗਾ, ਤਾਂ ਕਰਕੇ ਉਹਦਾ ਮੂਡ ਆਫ ਸੀਗਾ। ਓਕੇ ਬੇਟਾ, ਕਲੀਅਰ ਫਸਟ ਕੁਐਸਚਨ। Yes, sir. Yes, sir. ਨੈਕਸਟ ਬੇਟਾ ਸੈਕੰਡ ਕੁਐਸਚਨ ਰੀਡ ਕਰੋ। Where was the king sitting as he thought about his region? ਰੀਗਨ ਦਾ ਮਤਲਬ ਹੁੰਦਾ ਰਾਜ। ਵੀ ਉਹ ਰਾਜਾ ਉਦੋਂ ਕਿੱਥੇ ਬੈਠਾ ਸੀ ਜਦੋਂ ਉਹ ਆਪਣੇ ਰਾਜ ਬਾਰੇ ਸੋਚ ਰਿਹਾ ਸੀਗਾ ਵੀ ਮੈਂ ਆਹ ਕੁਛ ਕੀਤਾ ਵਾ, ਕਿੱਥੇ ਬੈਠਾ ਸੀਗਾ ਉਹ। ਸਿਟਿੰਗ, ਬੈਠਣਾ। ਦ ਕਿੰਗ ਵਾਜ਼ ਸਿਟਿੰਗ ਇਨ ਹਿਜ਼ ਕੰਫਰਟੇਬਲ ਆਰਮ ਚੇਅਰ ਇਨ ਹਿਜ਼ ਪੈਲੇਸ। ਉਹ ਆਪਣੇ ਮਹਿਲ ਦੇ ਵਿੱਚ, ਇੱਕ ਜਿਹੜੀ ਪੈਲੇਸ ਦੇ ਵਿੱਚ, ਪੈਲੇਸ ਮੀਨਸ ਉਹਦਾ ਮਹਿਲ, ਉੱਥੇ ਇੱਕ ਕੰਫਰਟੇਬਲ ਜੀ ਆਰਮ ਚੇਅਰ ਸੀਗੀ, ਉਹ ਉਹਦੇ ਉੱਪਰ ਬੈਠਾ ਸੀਗਾ। ਓਕੇ ਬੇਟਾ, ਕਲੀਅਰ ਸੈਕੰਡ ਕੁਐਸਚਨ ਵੀ। ਇਹ ਸਟਾਰਟਿੰਗ ਦੇ ਵਿੱਚ ਆ ਬਿਲਕੁਲ ਹੀ, ਜਦੋਂ ਉਹ ਆਪਣੀ ਆਰਮ ਚੇਅਰ ਤੇ ਬੈਠਾ ਆਪਣੇ ਜਿਹੜੇ ਕੋਰਨੀਅਰ ਸੀਗੇ ਉਹਨਾਂ ਨੂੰ ਦੱਸ ਰਿਹਾ ਸੀ ਵੀ ਮੈਂ ਆਹ ਕੁਛ ਕੀਤਾ ਵਾ, ਮੈਂ ਆਹ ਕੁਛ ਕੀਤਾ। ਫਿਰ ਉਹ ਬਾਅਦ ਚ ਸਮੁੰਦਰ ਦੇ ਕਿਨਾਰੇ ਜਾਂਦਾ ਵਾ। ਓਕੇ ਬੇਟਾ, ਸੈਕੰਡ ਕਲੀਅਰ। Yes, sir. ਨੈਕਸਟ ਬੇਟਾ ਥਰਡ ਕੁਐਸਚਨ ਰੀਡ ਕਰੋ। How did the king courtiers act in front of him? ਹਾਊ ਡਿਡ ਦ ਕਿੰਗਸ ਕੋਰਡੀਅਰ ਐਕਟ ਇਨ ਫਰੰਟ ਆਫ ਹਿਮ। ਇਨ ਫਰੰਟ ਆਫ ਹਿਮ ਹੁੰਦਾ ਵਾ ਸਾਹਮਣੇ। ਬਈ ਐਕਟ ਦਾ ਮਤਲਬ ਬਈ ਉਹ ਕਿਵੇਂ ਪਲੇ ਕਰ ਰਹੇ ਸੀਗੇ। ਬਈ ਜਿਹੜੇ ਉਹਦੇ ਦਰਬਾਰੀ ਸੀ, ਕੋਰਟੀਅਰ ਦਾ ਮੀਨਿੰਗ ਹੁੰਦਾ ਵਾ ਦਰਬਾਰੀ। ਸਮਝਦੇ ਆ ਨਾ ਦਰਬਾਰੀ ਕੀ ਹੁੰਦਾ? ਇੱਕ ਰਾਜੇ ਦੇ ਮਹਿਲ ਦੇ ਵਿੱਚ ਜਿੰਨੇ ਵੀ ਉਹਦੇ ਆਲੇ ਦੁਆਲੇ ਲੋਕ ਹੁੰਦੇ ਆ, ਕੋਰਟੀਅਰਸ ਦਰਬਾਰੀ ਲੋਕ ਹੁੰਦੇ ਆ, ਉਹ ਉਹਦੇ ਸਾਹਮਣੇ ਕੀ ਐਕਟ ਕਰ ਰਹੇ ਸੀ? ਉਹਦੇ ਸਾਹਮਣੇ ਹਾਊ, ਕਿਵੇਂ ਐਕਟ ਕਰ ਰਹੇ ਸੀ, ਕੀ ਕਹਿ ਰਹੇ ਸੀਗੇ? ਉਹ ਉਹਦੇ ਨਾਲ ਫਲਰਟ ਕਰ ਰਹੇ ਸੀਗੇ, ਉਹ ਰਾਜੇ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਸੀਗੇ। ਕਿਵੇਂ ਕਰ ਰਹੇ ਸੀਗੇ, ਆਪਾਂ ਇਹਦੇ ਬਾਰੇ ਰੀਡ ਕਰਦੇ ਹਾਂ। ਦ ਕਿੰਗਸ ਕੋਰਟੀਅਰ ਐਕਟਡ ਇਨ ਕੰਪਲੀਟ ਸਬਮੈਸਿਵ ਮੈਨਰਸ। ਸਬਮੈਸਿਵ ਮੈਨਰਸ ਦਾ ਮਤਲਬ ਆ ਬਈ ਉਹ ਪੂਰੀ ਤਰ੍ਹਾਂ ਉਹਦੀ ਹਾਂ ਦੇ ਵਿੱਚ ਹਾਂ ਭਰ ਰਹੇ ਸੀਗੇ। ਵੀ ਜਿਵੇਂ ਰਾਜਾ ਕਹਿੰਦਾ ਸੀਗਾ ਉਵੇਂ ਹੀ ਉਹ ਓਕੇ ਕਹਿ ਦਿੰਦੇ ਸੀਗੇ। ਦੇ ਵਰ ਆਲ ਕੁਇਕ ਟੂ ਫੁਲਫਿਲ ਹਿਜ ਵਿਸ਼ਸ ਐਂਡ ਡਿਮਾਂਡਸ। ਉਹ ਸਾਰੇ ਚਾਹੁੰਦੇ ਸੀ ਵੀ ਅਸੀਂ ਆਪਣੇ ਰਾਜੇ ਦੀਆਂ ਜਿਹੜੀਆਂ ਜੋ ਵੀ ਇਛਾਵਾਂ ਤੇ ਉਹਦੀਆਂ ਡਿਮਾਂਡਸ ਆ, ਉਹਨਾਂ ਨੂੰ ਕੀ ਕਰੀਏ? ਵਿਸ਼ ਕਰੀਏ, ਮਤਲਬ ਕਿ ਪੂਰਾ ਕਰੀਏ, ਫੁਲਫਿਲ ਕਰੀਏ। ਐਂਡ ਸ਼ਾਰਟਡ ਟੂ ਫਲਰਟੀ ਟੂ ਹੈਪੀ ਦਾ ਕਿੰਗ। ਤੇ ਉਹ ਕੀ ਕਰ ਰਹੇ ਸੀ? ਚਾਪਲੂਸੀ ਤੋਂ ਕੰਮ ਰਹਿ ਰਹੇ ਸੀਗੇ। ਚਾਪਲੂਸੀ ਨੂੰ ਜਾਂ ਉਹਨਾਂ ਦੀ ਜੋ ਵੀ ਉਹ ਚਾਪਲੂਸੀ ਜਾਂ ਰਾਜੇ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਸੀ, ਤਾਂ ਜੋ ਕਿ ਜਿਹੜਾ ਸਾਡਾ ਰਾਜਾ ਵਾ ਉਹ ਖੁਸ਼ ਰਵੇ। ਕਲੀਅਰ ਹੋ ਗਿਆ ਬੇਟਾ ਇਹ ਵੀ ਕੁਐਸਚਨ? Yes, sir. ਹਾਂ ਵੀ ਉਹ ਕਹਿੰਦੇ ਸੀ ਵੀ ਸਾਡਾ ਜਿਹੜਾ ਰਾਜਾ ਵਾ ਉਹਨੂੰ ਅਸੀਂ ਦੁਖੀ ਨਾ ਕਰੀਏ, ਵੀ ਜਿਵੇਂ ਉਹ ਕਹਿੰਦਾ ਅਸੀਂ ਉਵੇਂ ਹੀ ਕਹਿ ਦਿਆ ਕਰਕੇ। ਹਾਂ ਵੀ ਜੇ ਰਾਜਾ ਚਾਹਵੇ ਤਾਂ ਉਹ ਸੂਰਜ ਨੂੰ ਵੀ ਰੋਕ ਸਕਦਾ ਵਾ, ਚੰਦ ਨੂੰ ਵੀ ਰੋਕ ਸਕਦਾ। ਉਹ ਸਾਰੇ ਕਹਿੰਦੇ ਹਾਂ ਰਾਜਾ ਕੁਝ ਵੀ ਕਰ ਸਕਦਾ ਵਾ। ਮੀਨਸ ਉਹ ਫਲਰਟ ਟਾਈਪ ਨਾਲ, ਉਹਦੇ ਨਾਲ ਚਾਪਲੂਸੀ ਨਾਲ ਪੇਸ਼ ਆ ਰਹੇ ਸੀਗੇ। ਓਕੇ ਬੇਟਾ, ਕਲੀਅਰ ਥਰਡ ਕੁਐਸਚਨ। Yes, ਨੈਕਸਟ sir. ਆਪਣੇ ਕੋਲ ਫੋਰਥ ਕੁਐਸਚਨ ਰੀਡ ਕਰੋ ਬੇਟਾ। What signs showed that the king was vexed? ਵੈਕਸਡ ਮੀਨਿੰਗ ਪਰੇਸ਼ਾਨ। ਵੀ ਕਿਹੜੇ ਸਾਇੰਸ ਤੋਂ, ਕਿਹੜੇ ਮਤਲਬ ਕਿ ਹਾਵ ਭਾਵਾਂ ਤੋਂ ਸਾਨੂੰ ਪਤਾ ਲੱਗ ਰਿਹਾ ਸੀਗਾ, ਸ਼ੋਅ ਕਰ ਰਹੇ ਸੀ ਸਾਨੂੰ ਵੀ ਜਿਹੜਾ ਰਾਜਾ ਵਾ ਉਹ ਬਹੁਤ ਪਰੇਸ਼ਾਨ। ਹੁਣ ਰਾਜੇ ਨੂੰ ਕੀ ਹੋਇਆ? ਰਾਜੇ ਨੂੰ ਗਲੀਮੈਂਸ ਬਹੁਤ ਪਸੰਦ ਸੀਗੇ। ਗਲੀਮੈਂਸ ਜਿਹੜੇ ਉਹਦੇ ਸੌਂਗ ਗਾਉਂਦੇ ਹੁੰਦੇ ਸੀਗੇ ਉਹਦੇ ਉੱਥੇ, ਉਹਨੇ ਉਹਨਾਂ ਨੂੰ ਵੀ ਬੰਦ ਕਰਤਾ ਸੀਗਾ। ਤੇ ਦੈਨ ਉਹਦੀ ਜਦੋਂ ਰਾਣੀ ਕੁਈਨ ਉਹਦੇ ਕੋਲ ਆ ਕੇ ਉਹਨੂੰ ਥੋੜਾ ਜਿਹਾ ਦਿਲਾਸਾ ਦੇਣ ਲੱਗੀ, ਕੰਸੋਲ ਕਰਨ ਲੱਗੀ, ਤਾਂ ਉਹਨੇ ਵੀ ਉਹਦੇ ਨਾਲ ਇਦਾਂ ਬਿਹੇਵ ਕੀਤਾ ਵੀ ਜਿਵੇਂ ਉਹ ਵਾਕਈ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਵਾ। ਇਹਨੂੰ ਆਪਾਂ ਰੀਡ ਕਰਦੇ ਹਾਂ। ਦ ਕਿੰਗ ਹੈਡ ਜਾਂਟ ਥਰਾਈਸ ਐਟ ਦਾ ਟੇਬਲ। ਜਾਂਟ ਦਾ ਮੀਨਿੰਗ ਹੁੰਦਾ ਬੇਟਾ ਉਬਾਸੀ ਲੈਣਾ। ਰਾਜੇ ਨੇ ਟੇਬਲ ਤੇ ਬੈਠੇ ਨੇ 3 ਵਾਰ ਉਬਾਸੀ ਲਈ। ਇਹਦਾ ਮੀਨਿੰਗ ਹੈਗਾ ਬੇਟਾ ਉਬਾਸੀ ਲੈਣਾ। ਉਬਾਸੀ ਤਾਂ ਸਾਰਿਆਂ ਨੂੰ ਪਤਾ ਹੀ ਹੈ। ਵਾਈਲ ਹਿਜ਼ ਫੇਵਰੇਟ ਗਲੇਮੈਂਸ ਵਰ ਸਿੰਗਿੰਗ। ਜਦੋਂ ਉਹਦੇ ਜਿਹੜੇ ਗਲੇਮੈਂਸ ਸੀਗੇ ਜਿਨ੍ਹਾਂ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਹੁੰਦਾ ਸੀ, ਉਹ ਗਾ ਰਹੇ ਸੀਗੇ ਹੈਡ ਸਾਇਲੈਂਸ ਦਾ ਕੁਈਨ। ਜਦੋਂ ਉਹਦੇ ਜਿਹੜੇ ਗਲੀਮੈਂਸ ਗਾ ਰਹੇ ਸੀ ਉਦੋਂ ਉਹਨੇ 3 ਵਾਰ ਉਬਾਸੀ ਲਈ ਟੇਬਲ ਤੇ ਬੈਠੇ ਨੇ, ਨਾਲੇ ਕਿ ਉਹਦੇ ਉਹ ਫੇਵਰੇਟ ਸੀਗੇ। ਐਂਡ ਹੈਡ ਸਾਇਲੈਂਸ ਦਾ ਕੁਈਨ। ਉਹਨੇ ਆਪਦੀ ਰਾਣੀ ਨੂੰ ਵੀ ਚੁੱਪ ਕਰਾ ਦਿੱਤਾ ਸੀ, ਸਾਇਲੈਂਸ ਕਰਵਾਤਾ ਸੀ। ਵੈਨ ਸ਼ੀ ਹੈਡ ਟਰਾਈਡ ਟੂ ਕੰਸੋਲ ਹਿਮ। ਜਦੋਂ ਉਹ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ, ਜਦੋਂ ਕਿਉਂਕਿ ਉਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਉਹਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ, ਉਹਨੇ ਆਪਦੀ ਰਾਣੀ ਨੂੰ ਵੀ ਕਿਹਾ ਸੀ ਬਈ ਤੂੰ ਚੁੱਪ ਕਰ ਜਾ। ਦਿਸ ਅਨਯੂਜੂਅਲ ਬਿਹੇਵੀਅਰ ਆਫ ਦ ਕਿੰਗ ਸ਼ੋਡ ਦੈਟ ਹੀ ਵਾਜ਼ ਵੈਕਸਡ। ਜਿਹੜਾ ਇਹ ਰਾਜੇ ਦਾ ਅਨਯੂਜੂਅਲ ਮਤਲਬ ਕਿ
ਉਹ ਜਿਹੜਾ ਕਦੇ ਸੋਚਿਆ ਨਾ ਹੋਵੇ ਆਪਾਂ, ਉਹ ਬਿਹੇਵੀਅਰ ਸੀ ਜਿਹੜਾ, ਉਹ ਇਹ ਸ਼ੋਅ ਕਰ ਰਿਹਾ ਸੀ ਵੀ ਰਾਜਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ। ਕਲੀਅਰ ਬੇਟਾ ਕੁਐਸਚਨ? Yes, sir. ਬੇਟਾ ਜੇ ਕਿਸੇ ਨੂੰ ਨਹੀਂ ਸਮਝ ਲੱਗ ਰਿਹਾ ਤਾਂ ਦੱਸੋ ਮੈਨੂੰ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕੁਐਸਚਨ, ਨੋ ਪ੍ਰੋਬਲਮ। ਨੈਕਸਟ ਬੇਟਾ ਆਪਣੇ ਕੋਲ 5th ਕੁਐਸਚਨ ਆ, ਰੀਡ ਕਰੋ ਬੇਟਾ 5th ਕੁਐਸਚਨ। How did the king describe his own state of mind? ਓਨ ਸਟੇਟ ਆਫ ਮਾਈਂਡ, ਵੀ ਰਾਜੇ ਨੇ ਆਪਦੀ ਜਿਹੜੇ ਮਾਈਂਡ ਦੇ ਵਿੱਚ ਜੋ ਉਹਦੇ ਚੱਲ ਰਿਹਾ ਸੀਗਾ, ਉਹਨੇ ਕਿਵੇਂ ਡਿਸਕ੍ਰਾਈਬ ਕੀਤਾ ਸੀ? ਓਨ ਸਟੇਟ ਆਫ ਮਾਈਂਡ, ਉਹਦੇ ਦਿਮਾਗ ਦੇ ਵਿੱਚ ਜੋ ਵੀ ਚੱਲ ਰਿਹਾ ਸੀ ਉਹ ਕਿਵੇਂ ਉਹਨੇ ਡਿਸਕ੍ਰਾਈਬ ਕੀਤਾ ਸੀ? ਉਹਨੇ ਦੱਸਿਆ ਸੀਗਾ ਵੀ ਮੈਂ ਬਿਮਾਰ ਹਾਂ, ਥੱਕਿਆ ਵਾਂ, ਬਈ ਮੈਂ ਬਹੁਤ ਸਾਰੀਆਂ ਧਰਤੀਆਂ ਨੂੰ ਜਿੱਤਿਆ ਵਾ ਆਪਣੇ ਬਹਾਦਰ ਸਿਪਾਹੀਆਂ ਦੇ ਨਾਲ ਜਾਂ ਆਪਣੇ ਬਹਾਦਰ ਦੋਸਤਾਂ ਦੇ ਨਾਲ, ਠੀਕ ਆ। ਤੇ ਕਹਿੰਦਾ ਹੁਣ ਮੈਂ ਬੁੱਢਾ ਹੋ ਚੁੱਕਿਆ ਵਾਂ ਤੇ ਮੇਰਾ ਹੁਣ ਅੰਤ ਨੇੜੇ ਆ ਰਿਹਾ। ਉਹਨੇ ਇਹੀ ਦੱਸਿਆ ਸੀ ਨਾ ਸਾਰਿਆਂ ਨੂੰ। ਇਹਨੂੰ ਆਪਾਂ ਹੁਣ ਇੰਗਲਿਸ਼ ਦੇ ਵਿੱਚ ਡਿਸਕ੍ਰਾਈਬ ਕਰਦੇ ਹਾਂ। ਹੀ ਸੈਡ ਦੈਟ ਬੀਇੰਗ ਅ ਕਿੰਗ ਹੀ ਫੈਲਟ ਸਿਕ, ਟਾਇਰਡ ਐਂਡ ਵੈਰੀ। ਉਹਨੇ ਕਿਹਾ ਬਈ ਜਦੋਂ ਮੈਂ ਬੀਇੰਗ ਅ ਕਿੰਗ ਸੀਗਾ, ਕਹਿੰਦਾ ਹੀ ਫੈਲਟ ਸਿਕ, ਕਹਿੰਦਾ ਮੈਂ ਹੁਣ ਰਾਜਾ ਵਾਂ ਤੇ ਹੁਣ ਮੈਂ ਬਿਮਾਰ ਵੀ ਹਾਂ ਤੇ ਥੱਕਿਆ ਹੋਇਆ ਵੀ ਹਾਂ, ਠੀਕ ਆ, ਤੇ ਬਹੁਤ ਚਿੰਤਾ ਦੇ ਵਿੱਚ ਵੀ ਹਾਂ। ਹੀ ਹੈਡ conquered many lands, ਉਹ ਕਹਿੰਦਾ ਮੈਂ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ with his fierce and brave companions, ਮੇਰੇ ਬਹੁਤ ਹੀ ਜ਼ਿਆਦਾ ਜਿਹੜੇ ਫੇਸ ਮੀਨਸ ਲੜਾਕੇ ਤੇ ਬਰੇਵ ਕੰਪੇਨੀਅਨਸ ਮੀਨਸ ਮੇਰੇ ਜੋ ਦੋਸਤ ਸੀਗੇ ਜਾਂ ਜੋ ਮੇਰੇ ਨਾਲ ਸਹਾਇਕ ਸੀਗੇ, ਬਹੁਤ ਹੀ ਲੜਾਕੇ ਤੇ ਬਰੇਵ ਸੀ। ਮੈਂ ਬਹੁਤ ਸਾਰੀਆਂ ਧਰਤੀਆਂ ਨੂੰ ਜਿੱਤੀਆਂ। ਬਟ ਨਾਓ ਦੈਟ ਹੀ ਹੈਡ ਗਰੋਨ ਓਲਡ, ਉਹ ਕਹਿੰਦਾ ਹੁਣ ਮੈਂ ਬਹੁਤ ਬੁੱਢਾ ਹੋ ਚੁੱਕਿਆ ਹਾਂ। ਬਿਕੋਜ਼ ਹੀ ਰੀਅਲਾਈਜ਼ ਦੈਟ ਹਿਜ਼ ਐਂਡ ਵਾਜ਼ ਡਰਾਇੰਗ ਨੀਅਰ, ਕਿਉਂਕਿ ਹੁਣ ਉਹਨੂੰ ਮਹਿਸੂਸ ਹੋ ਚੁੱਕਿਆ ਸੀ ਵੀ ਉਹਦਾ ਅੰਤ ਆ ਜਿਹੜਾ ਉਹ ਨੇੜੇ ਆ ਚੁੱਕਾ ਵਾ, ਠੀਕ ਹੈ। ਕਲੀਅਰ ਹੋ ਗਿਆ ਬੇਟਾ ਇਹ ਕੁਐਸਚਨ ਵੀ ਉਹਦੀ ਸਟੇਟ ਆਫ ਮਾਈਂਡ ਕੀ ਸੀ? ਉਹਨੇ ਬਹੁਤ ਸਾਰੀਆਂ, ਕਹਿੰਦਾ ਮੈਂ ਲੈਂਡਾਂ ਨੂੰ ਜਿੱਤਿਆ ਵਾ ਆਪਦੇ ਬਹਾਦਰ ਸਿਪਾਹੀਆਂ ਦੇ ਨਾਲ, ਤੇ ਕਹਿੰਦਾ ਹੁਣ ਮੈਂ ਬੁੱਢਾ ਹੋ ਗਿਆ ਵਾ, ਹੁਣ ਮੇਰਾ ਅੰਤ ਨੇੜੇ ਆ ਰਿਹਾ ਵਾ। ਕਲੀਅਰ ਹੋ ਗਿਆ ਬੇਟਾ ਕੁਐਸਚਨ? Yes. Yes, sir. ਨੈਕਸਟ ਬੇਟਾ 6th ਕੁਐਸਚਨ। How did the king's courtiers try to reassure him? How did king's courtier try to reassure him? ਬਈ ਉਹਦੇ ਜਿਹੜੇ ਕੋਰਟੀਅਰ ਸੀਗੇ ਉਹ ਰਾਜੇ ਨੂੰ ਕਿਵੇਂ ਰੀਅਸ਼ੋਰ ਕਰ ਰਹੇ ਸੀਗੇ? ਇਹ ਤਾਂ ਮੀਨਿੰਗ ਕੀ ਹੋਊਗਾ ਬੇਟਾ ਰੀਅਸ਼ੋਰ ਦਾ? ਮੈਂ ਵੀ ਸਾਰੀ ਦੂਜੀ ਵਾਰੀ ਸ਼ੇਅਰ ਕਰਨਾ ਜੀ। ਕੋਈ ਹੋਰ ਬੱਚਾ ਦੱਸੋ, ਸ਼ਾਬਾਸ਼, ਡਿਕਸ਼ਨਰੀ ਤੋਂ ਸਰਚ ਕਰਕੇ ਦੱਸੋ ਵੀ ਇਹਨੇ ਕਿਹੜਾ ਦੱਸਦਾ ਵਾ, ਜਲਦੀ ਫਾਸਟਲੀ। ਦੱਸੋ ਬੇਟਾ, ਸ਼ਾਬਾਸ਼। ਸਰ ਭਰੋਸਾ ਦਿਵਾਉਣਾ ਹੈ। ਰੀਅਸ਼ੋਰੈਂਸ। ਹੁਣ ਜਿਹੜੇ ਰਾਜੇ ਦੇ ਕੋਰਟੀਅਰਸ ਜਿਹੜੇ ਦਰਬਾਰੀ ਸੀਗੇ ਉਹ ਕਿਵੇਂ ਉਹਨੂੰ ਭਰੋਸਾ ਦਿਵਾਉਣ ਦੀ ਗੱਲ ਕਰ ਰਹੇ ਸੀ? ਮੀਨਸ ਉਹਨੂੰ ਹੌਸਲਾ ਦੇਣ ਦੀ ਗੱਲ ਕਰ ਰਹੇ ਸੀਗੇ, ਠੀਕ ਆ। ਦਾ ਕੋਰਟੀਅਰਸ ਜਿਹੜੇ ਉਹਦੇ ਦਰਬਾਰੀ ਸੀ, ਟਰਾਈ ਟੂ ਮਾਸਟਰ ਅਪ ਸਮ ਟੀਅਰਸ, ਮਾਸਟਰ ਸਪਸ ਹੁੰਦਾ ਵਾ ਐਟ ਦਾ ਕਿੰਗਸ ਕੰਡੀਸ਼ਨਸ। ਉਹਨਾਂ ਨੇ ਕੀ ਕੀਤਾ ਵਾ ਬਈ ਆਪਣੇ ਹੰਝੂ ਆ ਜਿਹੜੇ ਕੁਝ ਕੁ ਸੁੱਟਣ ਦੀ ਕੋਸ਼ਿਸ਼ ਕੀਤੀ, ਹੰਝੂ ਵਹਾਉਣ ਦੀ। ਮਾਸਟਰ ਅਪ ਦਾ ਮੀਨਿੰਗ ਇੱਥੇ ਬੇਟਾ ਲਿਆ ਗਿਆ ਵਾ ਹੰਝੂ ਵਹਾਉਣ ਦੀ ਕੋਸ਼ਿਸ਼ ਕੀਤੀ। ਮਾਸਟਰ ਅਪ ਦਾ ਮੀਨਿੰਗ ਇੱਥੇ ਵਹਾਉਣਾ, ਹੰਝੂਆਂ ਨੂੰ ਵਹਾਉਣਾ। ਉਹਨਾਂ ਨੇ ਉਹਦੇ ਜਿਹੜੇ ਦਰਬਾਰੀ ਸੀਗੇ ਉਹ ਰਾਜੇ ਦੀ ਜਿਹੜੀ ਕੰਡੀਸ਼ਨ ਸੀਗੀ ਵੀ ਰਾਜਾ ਦਿਲ ਜਿਹਾ ਸੁੱਟੀ ਬੈਠਾ ਸੀਗਾ, ਠੀਕ ਆ, ਆਪਦੇ ਬਾਰੇ ਦੱਸ ਰਿਹਾ ਸੀ, ਉਹ ਉਹਨਾਂ ਨੇ ਕੀ ਕੀਤਾ ਉੱਥੇ ਝੂਠੇ ਮੂਠੇ ਜਿਹੇ ਹੰਝੂ ਵਹਾਉਣ ਲੱਗ ਗਏ ਉੱਥੇ। ਐਂਡ ਗਿਵ ਹਿਮ ਫਾਲਸ ਰਿਸੋਰੈਂਸ, ਵੀ ਉਹਨੂੰ ਝੂਠੇ ਜਿਹੇ ਭਰੋਸਾ ਦੇਣ ਲੱਗ ਗਏ, ਹੌਸਲਾ ਜਿਹਾ ਦੇਣ ਲੱਗ ਗਏ, ਕੋਈ ਨਾ ਚੱਲ, ਠੀਕ ਹੈ। ਨੈਕਸਟ ਕੀ ਹੁੰਦਾ ਵਾ? ਦ ਲਾਰਡ ਕੀਪਰ ਸੈਡ ਦੈਟ ਹੀ ਵੁੱਡ ਸਰਟਨਲੀ ਲਿਵ ਫਾਰ 50 ਈਅਰ। ਇੱਕ ਉਹਦਾ ਸਹਾਇਕ ਸੀਗਾ ਰਾਜੇ ਦਾ, ਰੱਖਿਅਕ ਸੀਗਾ, ਕੀਪਰ। ਉਹ ਕਹਿੰਦਾ ਵੀ ਹੀ ਵੁੱਡ ਸਰਟਨਲੀ ਲਿਵ ਫਾਰ 50 ਮੋਰ ਈਅਰਸ। ਉਹ ਕਹਿੰਦਾ ਵੀ ਹਜੇ ਤਾਂ ਸਾਡਾ ਰਾਜਾ 50 ਸਾਲ ਹੋਰ ਲੰਮਾ ਸਮਾਂ ਜੀਊਗਾ। ਵੀ ਇਦਾਂ ਦੇ ਉਹਨੂੰ ਝੂਠੇ ਜੇ ਭਰੋਸੇ ਦੇ ਰਹੇ ਸੀਗੇ ਉਹਨੂੰ ਵੀ ਸਾਡਾ ਰਾਜਾ ਹਜੇ 50 ਸਾਲ ਤਾਂ ਹੋਰ ਜਿਉਂਦਾ ਰਹੂਗਾ। ਓਕੇ ਬੇਟਾ, ਕਲੀਅਰ ਹੋ ਗਿਆ ਇਹ ਵੀ ਕੁਐਸਚਨ? ਯੈਸ ਸਰ।
समझ लग रही है ना बेटा? नेक्स्ट बेटा 7th क्वेश्चन। How did the king prove that all flattery shown by his courtiers was false and insincere? ਹਾਂ, ਹੁਣ ਰਾਜੇ ਨੇ ਕਿਵੇਂ ਪ੍ਰੂਵ ਕੀਤਾ ਸੀ ਬਈ ਜਿਹੜੇ ਉਹਦੇ ਕੋਰਟੀਅਰਸ ਆ, ਦਰਬਾਰੀ ਆ, ਉਹਨੂੰ ਝੂਠੀਆਂ ਤੇ ਇਨਸੰਸੀਅਰ ਮਤਲਬ ਕਿ ਬੱਚਿਆਂ ਵਾਲੀਆਂ, ਮਤਲਬ ਕਿ ਉਹਨੂੰ ਚਾਪਲੂਸੀਆਂ ਕਰ ਰਹੇ ਆ ਉਹਦੇ ਨਾਲ, ਬਈ ਉਹਨੂੰ ਐਵੇਂ ਝੂਠਾ ਦਿਲਾਸਾ ਦੇ ਰਹੇ ਆ। ਉਹ ਜਿਵੇਂ ਹੁਣ ਰਾਜਾ ਆਪਾਂ ਸਟੋਰੀ ਦੇ ਵਿੱਚ ਰੀਡ ਕੀਤਾ ਸੀ ਪੋਇਮ ਦੇ ਵਿੱਚ, ਬਈ ਰਾਜਾ ਜਦੋਂ ਕਹਿੰਦਾ ਸੀ ਮੈਂ ਸੂਰਜ ਨੂੰ ਵੀ ਕਹਾਂ ਤਾਂ ਰੁਕ ਸਕਦਾ ਵਾ, ਚੰਦ ਨੂੰ ਵੀ ਕਹਾਂ ਤਾਂ ਆਹ ਹੋ ਸਕਦਾ ਵਾ, ਠੀਕ ਆ, ਤਾਂ ਉਹ ਸਾਰੇ ਕਹਿ ਦਿੰਦੇ ਸੀ ਹਾਂ ਹਾਂ ਸਾਡਾ ਰਾਜਾ ਕੁਝ ਵੀ ਕਰ ਸਕਦਾ ਵਾ। ਫਿਰ ਰਾਜੇ ਨੇ ਜਦੋਂ ਸਮੁੰਦਰ ਦੇ ਕਿਨਾਰੇ ਤੇ ਗਿਆ, ਉਹਨੇ ਲਹਿਰਾਂ ਨੂੰ ਕਿਹਾ, ਵੇਵਸ ਨੂੰ ਕਿਹਾ ਵੀ ਤੁਸੀਂ ਰੁਕ ਜਾਓ, ਬਟ ਸਮੁੰਦਰ ਦੀਆਂ ਲਹਿਰਾਂ ਰੁਕ ਨਹੀਂ ਰਹੀਆਂ ਸੀ। ਉਹ ਵਾਰ-ਵਾਰ ਸਮੁੰਦਰ ਦੇ ਕਿਨਾਰੇ ਤੇ ਆਉਂਦੀਆਂ ਸੀ, ਫਿਰ ਵਾਪਸ ਚਲੀਆਂ ਜਾਂਦੀਆਂ ਸੀ, ਫਿਰ ਕਿਨਾਰੇ ਤੇ ਆਉਂਦੀਆਂ ਸੀ, ਫਿਰ ਵਾਪਸ ਚਲੀਆਂ ਜਾਂਦੀਆਂ। ਉੱਥੇ ਉਹਨੇ ਉਹਨਾਂ ਨੂੰ ਕੀ ਕੀਤਾ ਵੀ ਤੁਸੀਂ ਸਾਰੇ ਝੂਠੇ ਆ, ਵੀ ਮੈਂ ਤਾਂ ਇਹਨੂੰ ਰੋਕ ਹੀ ਨਹੀਂ ਸਕਦਾ ਸਮੁੰਦਰ ਦੀਆਂ ਲਹਿਰਾਂ ਨੂੰ। ਦੇਖੋ ਹੁਣ ਆਪਾਂ ਰੀਡ ਕਰਦੇ ਹਾਂ। ਵੈਨ ਦ ਕਿੰਗ ਆਸਕਡ ਦਾ ਬੌਸ਼ਪਸ ਵੈਦਰ ਦਾ ਵੇਵਸ ਵੁੱਡ ਅਵੇ ਹਿਮ। ਜਦੋਂ ਰਾਜੇ ਨੇ, ਬੌਸ਼ਪ ਉਹਦਾ ਇੱਕ ਰੱਖਿਅਕ ਸੀਗਾ, ਵੈਦਰ ਦਾ ਵੇਵਸ ਵੁੱਡ ਅਵੇ ਹਿਮ, ਜਦੋਂ ਉਹਨੇ ਬੌਸ਼ਪ ਨੂੰ ਕਿਹਾ ਵੀ ਵੇਵਸ ਵੁੱਡ ਅਵੇ ਹਿਮ, ਕੀ ਜਿਹੜੀਆਂ ਇਹ ਵੇਵਸ ਆ ਉਹਦੀ ਆਗਿਆ ਦਾ ਪਾਲਣ ਕਰਨਗੀਆਂ, ਐਂਡ ਸਟਾਪ ਮੂਵਿੰਗ ਫਰਥ, ਵੀ ਉਹ ਕੀ ਉਹ ਅੱਗੇ ਵਧਣਾ ਬੰਦ ਕਰ ਦੇਣਗੀਆਂ। ਬੌਸ਼ਪ ਰਿਸਪੌਂਡ ਦੈਟ ਦ ਕਿੰਗ ਕੈਨ ਅਚੀਵਿੰਗ ਐਨੀਥਿੰਗ। ਫਿਰ ਬੌਸ਼ਪ ਨੇ ਕਿਹਾ ਵੀ ਰਾਜਾ ਤਾਂ ਕੁਛ ਵੀ ਕਰ ਸਕਦਾ ਵਾ, ਉਹ ਤਾਂ ਕਿਸੇ ਵੀ ਚੀਜ਼ ਨੂੰ ਹਾਸਲ ਕਰ ਸਕਦਾ ਵਾ। ਬਟ ਦ ਕਿੰਗ ਵਾਜ਼ ਵੈਲ ਅਵੇਅਰ ਆਫ ਫਾਲਸਿਟੀ ਆਫ ਬੌਸ਼ਪਸ ਫਲਰਟਰੀ। ਪਰ ਰਾਜਾ ਜਿਹੜਾ ਉਹਦੀ ਚਾਪਲੂਸੀ ਤੋਂ ਪੂਰੀ ਚੰਗੀ ਤਰ੍ਹਾਂ ਅਵੇਅਰ ਸੀਗਾ, ਠੀਕ ਹੈ। ਚਾਪਲੂਸੀ ਮੀਨਸ ਧੋਖਾ ਜਿਹੜਾ ਕਰਦੇ, ਫਲਸਿਟੀ ਮੀਨਸ, ਠੀਕ ਹੈ, ਚਾਪਲੂਸੀ ਤੋਂ ਉਹਦੀ ਪੂਰੀ ਤਰ੍ਹਾਂ ਅਵੇਅਰ ਸੀਗਾ। ਦ ਕਿੰਗ ਕਮਾਂਡਡ ਦ ਵੇਵਸ ਟੂ ਸਟੇ ਬੈਕ। ਰਾਜੇ ਨੇ ਕਮਾਂਡ ਕੀਤੀ ਵੇਵਸ ਨੂੰ ਬਈ ਤੁਸੀਂ ਬੈਕ ਸਟਾਪ ਹੋ ਜਾਓ, ਵੀ ਸਟਾਪ ਹੋ ਕੇ ਬੈਕ ਚਲੀਆਂ ਜਾਓ। ਸਿੰਸ ਦਾ ਵੇਵਸ ਕੰਟੀਨਿਊ ਟੂ ਡਰਾਇੰਗ ਨੀਅਰ। ਬਟ ਜਿਹੜੀਆਂ ਵੇਵਸ ਸੀਗੀਆਂ ਉਹ ਰਾਜੇ ਵੱਲ ਨੂੰ ਅੱਗੇ ਨੂੰ ਹੀ ਵਧੀਆਂ ਆ ਰਹੀਆਂ ਸੀ। ਨਾਓ ਦ ਕਿੰਗ ਵਾਜ਼ ਏਬਲ ਟੂ ਪ੍ਰੂਵ ਦੈਟ ਆਲ ਦਾ ਫਲਰਟੀ ਸ਼ੋਨ ਬਾਈ ਹਿਜ਼ ਕੋਰਟੀਅਰਸ ਵਾਰ ਫਾਲਸ ਐਂਡ ਇਨਸੰਸੀਅਰ। ਸੋ ਜਿਹੜੀ ਇਹ ਸਾਰੀ ਕੰਡੀਸ਼ਨ ਸੀ, ਇੱਥੋਂ ਰਾਜੇ ਨੇ ਪ੍ਰੂਵ ਕਰਤਾ ਸੀ ਵੀ ਜਿਹੜੇ ਉਹਦੇ ਕੋਰਟੀਅਰਸ ਆ ਉਹ ਸਾਰੇ ਫਾਲਸ ਤੇ ਇਨਸੰਸੀਅਰ। ਓਕੇ ਬੇਟਾ, ਕਲੀਅਰ ਹੋ ਗਿਆ ਕੁਐਸਚਨ ਇਹ? Yes, sir. ਹਾਂ ਬਈ ਉਹ ਇੱਕ ਉਹਨੇ ਐਗਜ਼ਾਮਪਲ ਦਿੱਤੀ, ਲਹਿਰਾਂ ਬਈ ਆ ਰਹੀਆਂ ਵਾ, ਉਹ ਕਹਿੰਦਾ ਵੀ ਰੁਕੋ, ਬਟ ਉਹ ਰੁਕੀਆਂ ਹੀ ਨਹੀਂ। ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਸਾਰੇ ਚਾਪਲੂਸੀ ਕਰ ਰਹੇ ਆ ਮੇਰੀ ਜਾਣ ਕੇ, ਤਾਂ ਫਿਰ ਉਹਨੇ ਉੱਥੇ ਪ੍ਰੂਵ ਕਰਤਾ ਸੀਗਾ ਵੀ ਇਹ ਸਾਰੇ ਝੂਠੇ ਆ ਤੇ ਇਨਸੰਸੀਅਰ। ਨੈਕਸਟ ਬੇਟਾ ਲਾਸਟ ਕੁਐਸਚਨ। In the end, what did the king command his people to do? ਹਾਂ, ਇਨ ਦਾ ਐਂਡ ਵਾਟ ਡਿਡ ਦ ਕਿੰਗ ਕਮਾਂਡਡ ਹਿਜ਼ ਪੀਪਲ ਟੂ ਡੂ। ਪੋਇਮ ਦੇ ਲਾਸਟ ਤੇ ਰਾਜੇ ਨੇ ਕੀ ਕਮਾਂਡ ਕੀਤੀ ਸੀ ਆਪਣੇ ਲੋਕਾਂ ਨੂੰ, ਕੀ ਕਮਾਂਡ ਦਿੱਤੀ ਸੀਗੀ ਉਹਨੇ, ਕੀ ਕਰਨ ਦੇ ਲਈ ਕਿਹਾ ਸੀਗਾ, ਕੀ ਕਿਹਾ ਸੀਗਾ ਉਹਨੇ? ਉਹਨਾਂ ਨੂੰ ਇੱਕ ਸਿੱਖਿਆ ਦਿੱਤੀ ਸੀ ਜੋ ਇਹ ਪੋਇਮ ਤੋਂ ਮਿਲਦੀ ਆ। ਦ ਕਿੰਗ ਰਿਕੁਐਸਟਡ ਹਿਜ਼ ਪੀਪਲ ਟੂ ਕਨੀਲ ਬਿਫੋਰ ਹਿਊਮਨ ਕਲੇ। ਉਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਬਈ ਤੁਸੀਂ ਕਦੇ ਵੀ ਮਨੁੱਖੀ ਮਿੱਟੀ ਦੇ ਸਾਹਮਣੇ ਕਦੇ ਵੀ ਕਨੀਲ ਨਹੀਂ ਕਰਨਾ, ਮੀਨਸ ਗੋਡੇ ਨਹੀਂ ਸੁੱਟਣੇ। ਇਨਸਟੈਡ, ਇਸ ਤੋਂ ਬਿਨਾਂ ਹੀ ਆਸਕਡ ਦੈਮ ਟੂ ਪ੍ਰੇਜ਼ ਐਂਡ ਵਰਥ ਦਾ ਗ੍ਰੇਟਰ ਫੋਰਸਸ। ਕਹਿੰਦੇ ਸਾਨੂੰ ਉਹਨਾਂ ਗ੍ਰੇਟਰ ਫੋਰਸਸ ਦੀ ਪ੍ਰੇਜ਼ ਕਰਨੀ ਚਾਹੀਦੀ ਹੈ, ਉਹਨਾਂ ਦੀ ਵਰਕਸ਼ਿਪ ਕਰਨੀ ਚਾਹੀਦੀ, ਪੂਜਾ ਕਰਨੀ ਚਾਹੀਦੀ ਹੈ। ਦੈਟ ਗਾਈਡਡ ਦਾ ਅਰਥ ਐਂਡ ਦਾ ਸੀ, ਜਿਹੜੀਆਂ ਧਰਤੀ ਨੂੰ ਤੇ ਸਮੁੰਦਰ ਨੂੰ ਚਲਾਉਂਦੀਆਂ ਹਨ, ਗਾਈਡ ਕਰਦੀਆਂ ਹਨ। ਵੀ ਤੁਸੀਂ ਇਹ ਲਹਿਰਾਂ ਦੇ ਵਿੱਚ ਮੀਨਸ ਇੱਕ ਕੁਦਰਤੀ ਨੇਚਰ ਦੀ ਗੱਲ ਕੀਤੀ ਗਈ, ਵੀ ਰੱਬ ਦੀ ਗੱਲ ਕੀਤੀ ਗਈ, ਨੇਚਰ ਬਿਊਟੀ ਦੀ ਗੱਲ ਕੀਤੀ, ਵੀ ਸਾਨੂੰ ਉਹ ਚੀਜ਼ਾਂ ਨੂੰ ਪੂਜਣਾ ਚਾਹੀਦਾ ਵਾ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਕਮਾਂਡਸ ਦਿੰਦੀਆਂ ਵਾ, ਅਰਥ ਨੂੰ ਵੀ ਤੇ ਸੀ ਨੂੰ ਵੀ ਸਾਨੂੰ ਕਦੇ ਵੀ ਮਨੁੱਖੀ ਮਿੱਟੀ ਦੇ ਸਾਹਮਣੇ ਨਹੀਂ ਸਿਰ ਝੁਕਾਉਣਾ ਚਾਹੀਦਾ, ਗੋਡੇ ਨਹੀਂ ਸੁੱਟਣੇ ਚਾਹੀਦੇ, ਉਹਨੇ ਇਹ ਕਿਹਾ ਸੀਗਾ। ਓਕੇ ਬੇਟਾ, ਕਲੀਅਰ ਹੋ ਗਿਆ? Yes, sir. ਕੋਈ ਡਾਊਟ ਬੇਟਾ ਕੁਐਸਚਨ ਆਨਸਰਸ ਦੇ ਵਿੱਚ? No, sir.